Good morning, students. Welcome to Amrit Senior Secondary School's online classes. Welcome to SST class, students. ਅੱਜ ਅਸੀਂ ਸਾਡੀ ਸਮਾਜਿਕ ਸਿੱਖਿਆ ਦੇ ਪਹਿਲੇ ਭਾਗ ਭੂਗੋਲ ਦਾ ਪਹਿਲਾ ਭਾਗ ਪਾਠ ਜਿਸ ਦਾ ਨਾਮ ਹੈ ਭਾਰਤ ਇੱਕ ਜਾਣ ਪਛਾਣ ਪੜ੍ਹ ਰਹੇ ਹਾਂ। ਅਸੀਂ ਇਸ ਪਾਠ ਵਿੱਚ ਇਸ ਤੋਂ ਪਹਿਲੇ ਦੇ ਭਾਗਾਂ ਵਿੱਚ ਭਾਰਤ ਨਾਲ ਜਾਣ ਪਛਾਣ ਕੀਤੀ, ਸਥਿਤੀ, ਸਥਾਨਕ ਵਿਸਤਾਰ, ਆਕਾਰ ਅਤੇ ਖੇਤਰਫਲ ਗੁਆਂਢੀ ਦੇਸ਼ ਪੜ੍ਹ ਚੁੱਕੇ ਹਾਂ ਅਤੇ ਵਿਸਤਾਰ ਨਾਲ ਸਮਝ ਚੁੱਕੇ ਹਾਂ। ਇਸ ਤੋਂ ਅੱਗੇ ਅਸੀਂ ਅੱਜ ਰਾਜਨੀਤਿਕ ਪ੍ਰਬੰਧ, ਜਨਸੰਖਿਆ ਸਰੂਪ, ਖੇਤਰੀ ਭਿੰਨਤਾਵਾਂ, ਅਨੇਕਤਾ ਵਿੱਚ ਏਕਤਾ ਟੌਪਿਕਸ ਪੜ੍ਹਾਂਗੇ ਜੋ ਕਿ ਈ ਬੁੱਕ ਦੇ ਪੇਜ ਨੰਬਰ 4, 5, 6, 7, 8, 9, 10, 11 ਉੱਪਰ ਹੈ। ਆਓ ਬੱਚੋ ਅਸੀਂ ਆਪਣਾ ਅੱਜ ਦਾ ਪਾਠ ਸ਼ੁਰੂ ਕਰਦੇ ਹਾਂ। ਸਾਡਾ ਪਹਿਲਾ ਟੌਪਿਕ ਹੈ ਰਾਜਨੀਤਿਕ ਪ੍ਰਬੰਧ, ਪੋਲੀਟੀਕਲ ਸੈਟਅਪ। ਆਜ਼ਾਦੀ ਤੋਂ ਪਹਿਲਾਂ ਭਾਰਤ ਨੂੰ 562 ਰਾਜਵਾੜਾ, ਸ਼ਾਹੀ ਰਿਆਸਤਾਂ ਅਤੇ 9 ਬਰਤਾਨਵੀ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। 15 ਅਗਸਤ 1947 ਨੂੰ ਆਜ਼ਾਦੀ ਪ੍ਰਾਪਤੀ ਕਰ ਅਜੋਕਾ ਭਾਰਤ ਵਿੱਚ ਹੋਂਦ ਵਿੱਚ ਆਇਆ, ਜਿਸ ਵਿੱਚ ਬਹੁਤ ਵੱਡੇ ਪ੍ਰਾਂਤਾਂ ਨੂੰ ਛੋਟਾ ਕਰਨ ਲਈ, ਬਹੁਤ ਛੋਟਿਆਂ ਨੂੰ ਵੱਡਾ ਰੂਪ ਦੇਣ ਲਈ ਅਤੇ ਸੂਬਿਆਂ ਦੇ ਆਪਸੀ ਦੋਸਤਾਨਾ ਸੰਬੰਧ ਕਾਇਮ ਕਰਨ ਲਈ 1953 ਈਸਵੀ ਵਿੱਚ ਜਸਟਿਸ ਫਰਜ਼ ਅਲੀ ਦੀ ਰਹਿਨੁਮਾਈ ਅਧੀਨ ਰਾਜ ਪੁਨਰਗਠਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ, ਜਿਸ ਨੇ ਸਾਰੇ ਦੇਸ਼ ਨੂੰ ਰਾਸ਼ਟਰੀ ਆਧਾਰ 'ਤੇ 14 ਰਾਜਾਂ ਅਤੇ 6 ਕੇਂਦਰੀ ਰਾਜਾਂ ਵਿੱਚ ਵੰਡ ਦਿੱਤਾ। ਬਾਅਦ ਵਿੱਚ ਇਹਨਾਂ ਦੀ ਵੰਡ ਹੋ ਜਾਣ ਕਾਰਨ ਕਈ ਹੋਰ ਛੋਟੇ ਰਾਜ ਬਣ ਗਏ ਅਤੇ ਨਵੇਂ ਨਾਮ ਦਿੱਤੇ ਗਏ। ਕਈ ਕੇਂਦਰ ਸ਼ਾਸਿਤ ਖੇਤਰ ਅਜੋਕੇ ਸਮੇਂ ਦੌਰਾਨ ਰਾਜ ਦਾ ਦਰਜਾ ਗ੍ਰਹਿਣ ਕਰ ਗਏ। ਸਾਡਾ ਆਪਣਾ ਅੱਜ ਦਾ ਪੰਜਾਬ ਰਾਜ ਵੀ ਸ਼ਾਹ ਕਮਿਸ਼ਨ ਦੀ ਸਿਫਾਰਸ਼ਾਂ ਅਧੀਨ ਪੰਜਾਬੀ ਭਾਸ਼ਾਈ ਸੂਬਾ ਹੋਣ ਕਰਕੇ 1 ਨਵੰਬਰ 1966 ਨੂੰ ਹੋਂਦ ਵਿੱਚ ਆ ਗਿਆ ਸੀ। ਇਸ ਸਮੇਂ ਭਾਰਤ ਦੇ ਕੁੱਲ 29 ਪ੍ਰਾਂਤ ਹਨ ਅਤੇ 7 ਕੇਂਦਰ ਸ਼ਾਸਿਤ ਪ੍ਰਬੰਧ ਅਧੀਨ ਖੇਤਰ ਹਨ। ਦਿੱਲੀ ਨੂੰ ਨੈਸ਼ਨਲ ਕੈਪੀਟਲ ਟੈਰੀਟਰੀ ਦਾ ਰੁਤਬਾ ਦਿੱਤਾ ਗਿਆ ਹੈ। ਭਾਰਤ ਦੇ ਰਾਜਾਂ ਅਤੇ ਕੇਂਦਰੀ ਪ੍ਰਬੰਧ ਅਧੀਨ ਖੇਤਰਾਂ ਦੇ ਨਾਮ ਕ੍ਰਮਵਾਰ ਹੇਠਾਂ ਦਿੱਤੀ ਸਾਰਣੀ ਅਤੇ ਪਿਛਲੇ ਪੰਨੇ 'ਤੇ ਦਿੱਤੇ ਗਏ ਭਾਰਤ ਦੇ ਨਕਸ਼ੇ ਵਿੱਚ ਦਰਸਾਏ ਗਏ ਹਨ। ਉਪਰੋਕਤ ਪ੍ਰਾਦੇਸ਼ਿਕ ਜਾਣਕਾਰੀ ਤੋਂ ਇਲਾਵਾ ਦੇਸ਼ ਵਿੱਚ ਸੰਸਾਰ ਦੀ ਸਭ ਤੋਂ ਵੱਡੀ ਲੋਕ ਰਾਜ ਗਣਤੰਤਰੀ ਪ੍ਰਣਾਲੀ ਵੀ 26 ਜਨਵਰੀ 1950 ਤੋਂ ਹੋਂਦ ਵਿੱਚ ਆਈ ਅਤੇ ਜਿਸ ਵਿੱਚ ਰਾਸ਼ਟਰਪਤੀ ਦੇਸ਼ ਦਾ ਮੁਖੀ ਹੈ ਅਤੇ ਇਸ ਦੀ ਚੋਣ 5 ਸਾਲਾਂ ਲਈ ਸੰਸਦ ਅਤੇ ਰਾਜਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਕੀਤੀ ਜਾਂਦੀ ਹੈ। ਭਾਰਤੀ ਸੰਸਦ ਉੱਪਰਲੇ ਅਤੇ ਹੇਠਲੇ 2 ਸਦਨਾਂ ਵਿੱਚ ਵੰਡੀ ਹੋਈ ਹੈ। ਉੱਪਰਲਾ ਸਦਨ ਰਾਜ ਸਭਾ ਅਖਵਾਉਂਦਾ ਹੈ, ਹੇਠਲੇ ਸਦਨ ਨੂੰ ਲੋਕ ਸਭਾ ਕਿਹਾ ਜਾਂਦਾ ਹੈ। ਆਓ ਬੱਚਿਓ, ਹੁਣ ਅਸੀਂ ਇਸ ਪੁਆਇੰਟ ਨੂੰ ਵਿਸਤਾਰ ਦੇ ਨਾਲ ਸਮਝਦੇ ਹਾਂ। ਬੱਚਿਓ, ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ। ਉਸ ਤੋਂ ਪਹਿਲਾਂ ਅੰਗਰੇਜ਼ਾਂ ਦਾ ਭਾਰਤ ਉੱਤੇ ਰਾਜ ਸੀ ਅਤੇ ਸਾਡਾ ਦੇਸ਼ 562 ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। ਸਾਡੇ ਦੇਸ਼ ਨੂੰ ਰਾਜਾਂ ਵਿੱਚ ਵੰਡਣ ਲਈ 1953 ਵਿੱਚ ਰਾਜ ਪੁਨਰਗਠਨ ਆਯੋਗ ਦਾ ਬਣਾਇਆ ਗਿਆ, ਜਿਸ ਨੇ ਸਾਰੇ ਦੇਸ਼ ਦੇ ਰਾਜਾਂ ਨੂੰ ਭਾਸ਼ਾ ਦੇ ਆਧਾਰ 'ਤੇ ਵੰਡ ਦਿੱਤਾ। ਪਹਿਲੇ ਤਾਂ 14 ਰਾਜਾਂ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼, ਪਰ ਬਾਅਦ ਵਿੱਚ ਇਹ ਵੱਧ ਕੇ 29 ਰਾਜ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ ਹੋ ਗਏ। ਪਰ ਪਿਛਲੇ ਸਾਲ ਇਹਨਾਂ ਦੀ ਗਿਣਤੀ ਫਿਰ ਬਦਲ ਗਈ ਹੈ। ਹੁਣ ਸਾਡੇ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਤੁਹਾਨੂੰ ਅਗਲੇ 2 ਪੇਜਾਂ ਵਿੱਚ ਭਾਰਤ ਦਾ ਨਕਸ਼ਾ ਅਤੇ ਭਾਰਤ ਦੇ ਸਾਰੇ ਰਾਜਾਂ ਦੇ ਨਾਮ, ਰਾਜਧਾਨੀਆਂ, ਖੇਤਰਫਲ, ਜਨਸੰਖਿਆ ਅਤੇ ਜਨਸੰਖਿਆ ਘਣਤਾ ਦਿੱਤੀ ਗਈ ਹੈ, ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਕੇ ਆਪਣੇ ਭਾਰਤ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਅਤੇ ਆਪਣੀ ਨੌਲੇਜ ਵਧਾ ਸਕਦੇ ਹੋ। ਆਓ ਬੱਚਿਓ, ਅਸੀਂ ਆਪਣਾ ਪਾਠ ਅੱਗੋਂ ਪੜ੍ਹਦੇ ਹਾਂ। ਸਾਡਾ ਅਗਲਾ ਟੌਪਿਕ ਹੈ ਜਨਸੰਖਿਆ ਦਾ ਸਰੂਪ, ਪੋਪੂਲੇਸ਼ਨ ਪ੍ਰੋਫਾਈਲ। ਵਸੋਂ ਅਨੁਸਾਰ ਭਾਰਤ ਚੀਨ ਤੋਂ ਬਾਅਦ ਸੰਸਾਰ ਦਾ ਦੂਸਰਾ ਵੱਡਾ ਦੇਸ਼ ਹੈ, ਜੋ ਕਿ 2.2% ਖੇਤਰ ਵਿੱਚ ਕੁੱਲ ਦੁਨੀਆ ਦੀ ਆਬਾਦੀ ਦਾ 14.8% ਹਿੱਸਾ ਸੰਭਾਲਦਾ ਹੈ।
2011 ਦੀ ਮਰਦਮਸ਼ੁਮਾਰੀ ਮੁਤਾਬਕ ਭਾਰਤ ਦੀ ਕੁੱਲ ਜਨਸੰਖਿਆ 121 ਕਰੋੜ 1,93,422 ਸੀ, ਜਿਸ ਵਿੱਚ 62.4 ਕਰੋੜ ਪੁਰਸ਼ ਅਤੇ 58.1 ਕਰੋੜ ਇਸਤਰੀਆਂ ਸਨ। ਇਸੇ ਤਰ੍ਹਾਂ 2011 ਦੀ ਜਨਗਣਨਾ ਮੁਤਾਬਕ ਭਾਰਤ ਦੀ ਜਨਸੰਖਿਆ ਦੀ ਘਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ। ਪੜ੍ਹੇ ਲਿਖਿਆਂ ਦੀ ਗਿਣਤੀ ਕੇਵਲ 60.38% ਸੀ ਅਤੇ ਲਿੰਗ ਅਨੁਪਾਤ ਵਿੱਚ 1000 ਮਰਦਾਂ ਦੇ ਮੁਕਾਬਲੇ ਵਿੱਚ ਕੇਵਲ 940 ਇਸਤਰੀਆਂ ਸਨ। ਭਾਰਤ ਦੀ ਜਨਸੰਖਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਇੱਕ ਅਨੁਮਾਨ ਅਨੁਸਾਰ ਭਾਰਤ ਵਿੱਚ ਲਗਭਗ 2 ਕਰੋੜ ਲੋਕ ਹਰੇਕ ਸਾਲ ਵੱਧ ਜਾਂਦੇ ਹਨ, ਜੋ ਕਿ ਆਸਟ੍ਰੇਲੀਆ ਦੀ ਪੂਰੀ ਆਬਾਦੀ ਤੋਂ ਵੀ ਵੱਧ ਹਨ। ਆਓ ਬੱਚਿਓ, ਹੁਣ ਇਸ ਪੁਆਇੰਟ ਨੂੰ ਆਪਾਂ ਵਿਸਤਾਰ ਦੇ ਨਾਲ ਸਮਝਦੇ ਹਾਂ। ਜਨਸੰਖਿਆ ਦੇ ਹਿਸਾਬ ਨਾਲ ਭਾਰਤ ਦਾ ਦੁਨੀਆ 'ਚ ਦੂਜਾ ਨੰਬਰ ਹੈ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਭਾਰਤ ਦੀ ਕੁੱਲ ਆਬਾਦੀ 121 ਕਰੋੜ 1,93,422 ਸੀ, ਜਿਸ ਵਿੱਚ 62.4 ਕਰੋੜ ਮਰਦ ਅਤੇ 58.6 ਕਰੋੜ ਔਰਤਾਂ ਹਨ। ਸਾਡੀ ਜਨਸੰਖਿਆ ਘਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ। ਪੜ੍ਹੇ ਲਿਖੇ ਲੋਕ 65.38% ਹਨ ਅਤੇ 1000 ਪੁਰਸ਼ਾਂ ਦੇ ਪਿੱਛੇ 940 ਔਰਤਾਂ ਹਨ। ਇੱਕ ਅਨੁਮਾਨ ਦੇ ਅਨੁਸਾਰ ਸਾਡੀ ਜਨਸੰਖਿਆ ਹਰ ਸਾਲ 2 ਕਰੋੜ ਵੱਧ ਜਾਂਦੀ ਹੈ, ਜੋ ਕਿ ਆਸਟ੍ਰੇਲੀਆ ਦੀ ਕੁੱਲ ਆਬਾਦੀ ਤੋਂ ਵੀ ਵੱਧ ਹੈ। ਬੱਚਿਓ, ਆਓ ਅਸੀਂ ਹੁਣ ਅੱਗੋਂ ਆਪਣਾ ਪਾਠ ਪੜ੍ਹਦੇ ਹਾਂ। ਅਗਲਾ ਸਾਡਾ ਪੁਆਇੰਟ ਹੈ ਖੇਤਰੀ ਭਿੰਨਤਾ। ਭਾਰਤ ਦਾ ਵਿਸ਼ਾਲ ਖੇਤਰ ਹੋਣ ਕਰਕੇ ਹੀ ਇਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਭਿੰਨਤਾਵਾਂ ਮਿਲਦੀਆਂ ਹਨ। ਇਸ ਕਰਕੇ ਇਸ ਨੂੰ ਕਈ ਵਾਰ ਅਨੇਕਤਾਵਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਇਹ ਅਨੇਕਤਾਵਾਂ ਮੁੱਖ ਤੌਰ 'ਤੇ ਇਹਨਾਂ ਤੱਥਾਂ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਹਨ। ਪਹਿਲਾ ਪੁਆਇੰਟ ਹੈ ਵਿਸ਼ਾਲ ਖੇਤਰ। ਭਾਰਤ ਦਾ ਪੂਰਬ ਪੱਛਮ ਅਤੇ ਉੱਤਰ ਦੱਖਣ ਪਸਾਰ ਕਾਫੀ ਹੋਣ ਕਰਕੇ ਹੀ ਇੱਥੇ ਵੱਧ ਮਾਤਰਾ ਵਿੱਚ ਅਨੇਕਤਾਵਾਂ ਮਿਲਣੀਆਂ ਸੁਭਾਵਕ ਹਨ। ਵਿਸ਼ਾਲ ਭੂਗੋਲਿਕ ਖੇਤਰਫਲ ਹੋਣ ਕਰਕੇ ਹੀ ਇਸ ਨੂੰ ਉਪ ਮਹਾਂਦੀਪ ਦਾ ਦਰਜਾ ਹਾਸਲ ਹੈ, ਜਿਸ ਵਿੱਚ ਹਰੇਕ ਖੇਤਰ ਦੇ ਕੁਦਰਤੀ ਅਤੇ ਮਨੁੱਖੀ ਤੱਤਾਂ ਵਿੱਚ ਅੰਤਰ ਸਪਸ਼ਟ ਨਜ਼ਰ ਆਉਂਦਾ ਹੈ। ਨੈਕਸਟ ਪੁਆਇੰਟ ਹੈ ਧਰਾਤਲ। ਭਾਰਤ ਵਿੱਚ ਇੱਕ ਪਾਸੇ ਸੰਸਾਰ ਦੇ ਸਭ ਤੋਂ ਪੁਰਾਤਨ ਪਹਾੜਾਂ ਵਿੱਚੋਂ ਅਰਾਵਲੀ ਪਰਬਤ ਮੌਜੂਦ ਹਨ ਅਤੇ ਦੂਜੇ ਪਾਸੇ ਉੱਤਰ ਵਿੱਚ ਹਿਮਾਲਿਆ ਪਰਬਤ ਨਵੇਂ ਪ੍ਰਜਨਮੇ ਮੋੜਦਾਰ ਪਰਬਤ ਹਨ। ਇਸੇ ਤਰ੍ਹਾਂ ਦੱਖਣ ਵੱਲ ਸਖਤ ਅਤੇ ਪੁਰਾਤਨ ਚੱਟਾਨਾਂ ਦੀ ਬਣੀ ਹੋਈ ਪ੍ਰਾਇਦੀਪੀ ਪਠਾਰ ਹੈ, ਜਿਸ ਨਾਲ ਹੀ ਹਿਮਾਲਿਆ ਪਰਬਤ ਸ਼੍ਰੇਣੀਆਂ ਵਿੱਚੋਂ ਨਿਕਲਣ ਵਾਲੀਆਂ ਨਦੀਆਂ ਦੁਆਰਾ ਲਿਆਂਦੀ ਮਿੱਟੀ ਤੋਂ ਵਿਛਾਰ ਨਾਲ ਸਤਲੁਜ, ਗੰਗਾ, ਬ੍ਰਹਮਪੁੱਤਰ ਦੇ ਵਿਸ਼ਾਲ ਤੇ ਉਪਜਾਊ ਮੈਦਾਨਾਂ ਦਾ ਨਿਰਮਾਣ ਵੀ ਮਿਲਦਾ ਹੈ। ਸਾਡਾ ਅਗਲਾ ਪੁਆਇੰਟ ਹੈ ਜਲਵਾਯੂ। ਭਾਰਤ ਦੇ ਮੱਧ ਵਿੱਚੋਂ ਦੀ ਕਰਕ ਰੇਖਾ ਲੰਘ ਰਹੀ ਹੈ, ਜਿਸ ਦੇ ਉੱਤਰੀ ਭਾਗਾਂ ਵਿੱਚ ਸ਼ੀਤ ਉਸ਼ਣ ਕਿਸਮ ਦੀ ਜਲਵਾਯੂ ਮਿਲਦੀ ਹੈ। ਇਸ ਦੇ ਕਈ ਖੇਤਰ ਸਮੁੰਦਰ ਤੋਂ ਜ਼ਿਆਦਾ ਦੂਰ ਹੋਣ ਕਰਕੇ ਕਈ ਵਾਰ ਮਹਾਂਦੀਪੀ ਜਲਵਾਯੂ ਦਾ ਅਸਰ ਗ੍ਰਹਿਣ ਕਰ ਜਾਂਦੇ ਹਨ, ਜਦੋਂ ਕਿ ਕਰਕ ਰੇਖਾ ਦੇ ਦੱਖਣੀ ਭਾਗ ਭੂ-ਮੱਧ ਰੇਖਾ ਦੇ ਪਾਸ ਹੋਣ ਕਰਕੇ ਉਸ਼ਣ ਕਿਸਮ ਦੇ ਜਲਵਾਯੂ ਦੇ ਅੰਦਰ ਹੇਠ ਰਹਿੰਦੇ ਹਨ। ਤਿੰਨੋਂ ਪਾਸੇ ਸਮੁੰਦਰ ਦੀ ਹੋਂਦ ਹੋਣ ਕਰਕੇ ਤਾਪਮਾਨ 40 ਡਿਗਰੀ ਸੈਂਟੀਗ੍ਰੇਡ ਤੋਂ ਘੱਟ ਹੀ ਰਹਿੰਦਾ ਹੈ। ਇਸ ਕਰਕੇ ਦੱਖਣ ਦੀ ਪਠਾਰ ਦਾ ਜਲਵਾਯੂ ਗਰਮ ਤੇ ਸੁਹਾਵਣਾ ਕਿਸਮ ਦਾ ਹੁੰਦਾ ਹੈ। ਵਰਖਾ ਪੱਖੋਂ ਉੱਤਰ ਪੂਰਬ ਵਿੱਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ, ਜਿੱਥੇ ਕਿ ਮਾਇਸਨਰਾਮ ਤੇ ਚਿਰਾਪੂੰਜੀ ਸੰਸਾਰ ਦੇ ਸਭ ਤੋਂ ਵੱਧ ਵਰਖਾ ਵਾਲੇ ਇਲਾਕਿਆਂ ਵਿੱਚੋਂ ਗਿਣੇ ਜਾਂਦੇ ਹਨ, ਜਦ ਕਿ ਭਾਰਤ ਦੇ ਧੁਰ ਪੱਛਮ ਵਿੱਚ ਥਾਰ ਮਰੂਥਲ ਦੇ ਖੇਤਰ ਖੁਸ਼ਕ ਹੀ ਰਹਿੰਦੇ ਹਨ। ਬੱਚਿਓ, ਆਓ ਇਹਨਾਂ ਪੁਆਇੰਟਸ ਨੂੰ ਹੁਣ ਅਸੀਂ ਵਿਸਤਾਰ ਦੇ ਨਾਲ ਸਮਝਦੇ ਹਾਂ। ਭਾਰਤ ਦੇ ਨਕਸ਼ੇ ਵਿੱਚ ਦੇਖਿਆ ਕਿ ਭਾਰਤ ਦੂਸਰੇ ਕਾਫੀ ਦੇਸ਼ਾਂ ਦੇ ਨਾਲੋਂ ਵੱਡਾ ਹੈ। ਇੰਨਾ ਵੱਡਾ ਹੋਣ ਦੇ ਕਾਰਨ ਭਾਰਤ ਵਿੱਚ ਕਾਫੀ ਭਿੰਨਤਾਵਾਂ ਵਖਰੇਵਾਂ ਪਾਇਆ ਜਾਂਦਾ ਹੈ। ਭਾਰਤ ਉੱਤਰ ਤੋਂ ਲੈ ਕੇ ਦੱਖਣ ਤੱਕ ਤੇ ਪੂਰਬ ਤੋਂ ਲੈ ਕੇ ਪੱਛਮ ਤੱਕ ਕਾਫੀ ਵਿਸ਼ਾਲ ਹੈ। ਇਸ ਦੇ ਕੋਲ ਕਾਫੀ ਇਲਾਕਾ ਹੈ
ਇਸ ਵਿੱਚ ਬਹੁਤ ਸਾਰੀਆਂ ਭਿੰਨਤਾਵਾਂ ਮਿਲਦੀਆਂ ਹਨ। ਦੂਸਰਾ ਜੋ ਕਾਰਨ ਹੈ ਉਹ ਹੈ ਧਰਾਤਲ। ਕਿਸੇ ਪਾਸੇ ਤਾਂ ਅਰਾਵਲੀ ਜਿਹੇ ਪ੍ਰਾਚੀਨ ਪਰਬਤ ਹਨ ਤੇ ਕਿਤੇ ਹਿਮਾਲਿਆ ਪਰਬਤ ਜਿਹੇ ਨਵੀਨ ਪਰਬਤ ਹਨ। ਦੱਖਣ ਵਿੱਚ ਪੁਰਾਣੀ ਅਤੇ ਕਠੋਰ ਚਟਾਨਾਂ ਦੁਆਰਾ ਬਣਿਆ ਪ੍ਰਾਇਦੀਪੀ ਪਠਾਰ ਹੈ ਤੇ ਉੱਥੇ ਹਿਮਾਲਾ ਪਰਬਤ ਸ਼੍ਰੇਣੀਆਂ ਦੀਆਂ ਨਦੀਆਂ ਦੁਆਰਾ ਲਿਆਈ ਗਈ ਮਿੱਟੀ ਦੁਆਰਾ ਬਣਿਆ ਉਪਜਾਊ ਮੈਦਾਨ ਹੈ। ਸਾਡੇ ਭਾਰਤ ਦੇ ਜਲਵਾਯੂ ਵਿੱਚ ਬਹੁਤ ਹੀ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ। ਕਿਤੇ ਤਾਂ ਅੱਤ ਦੀ ਸਰਦੀ ਪੈਂਦੀ ਹੈ ਤੇ ਕਿਤੇ ਜਾਨ ਲੈਣ ਵਾਲੀ ਗਰਮੀ ਪੈਂਦੀ ਹੈ। ਅਸੀਂ ਇਸ ਪਾਠ ਵਿੱਚ ਜਾਣਿਆ ਕਿ ਕਰਕ ਰੇਖਾ ਭਾਰਤ ਦੇ ਵਿੱਚੋਂ ਵਿੱਚ ਯਾਨੀ ਕਿ ਮੱਧ ਵਿੱਚੋਂ ਗੁਜ਼ਰਦੀ ਹੈ। ਇਸੇ ਵਜ੍ਹਾ ਦੇ ਨਾਲ ਸਾਡੇ ਉੱਤਰੀ ਇਲਾਕਿਆਂ ਵਿੱਚ ਸ਼ੀਤੋਸ਼ਣ ਜਲਵਾਯੂ ਪਾਈ ਜਾਂਦੀ ਹੈ। ਦੱਖਣ ਵਿੱਚ 40 ਡਿਗਰੀ ਤੋਂ ਜ਼ਿਆਦਾ ਤਾਪਮਾਨ ਨਹੀਂ ਹੁੰਦਾ ਹੈ। ਕਿਤੇ ਤਾਂ ਵਰਸ਼ਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਕਿਤੇ ਹੀ ਵਰਸ਼ਾ ਬਹੁਤ ਘੱਟ ਹੁੰਦੀ ਹੈ। ਬੱਚਿਓ, ਆਓ ਅਸੀਂ ਆਪਣਾ ਅੱਗੋਂ ਪਾਠ ਪੜ੍ਹਦੇ ਹਾਂ। ਸਾਡਾ ਅਗਲਾ ਪੁਆਇੰਟ ਹੈ ਪ੍ਰਵਾਸ, ਮਾਈਗ੍ਰੇਸ਼ਨ। ਹਜ਼ਾਰਾਂ ਸਾਲਾਂ ਤੋਂ ਭਾਰਤ ਵਿੱਚ ਵੱਖ-ਵੱਖ ਕਬੀਲੇ, ਜਾਤੀਆਂ, ਧਰਮ ਪ੍ਰਚਾਰਕ, ਸੈਨਿਕ ਕਾਫਲੇ ਅਤੇ ਹੁਕਮਰਾਨ ਗੁਆਂਢੀ ਅਤੇ ਬਾਹਰ ਦੂਰ-ਦੂਰ ਦੇ ਦੇਸ਼ਾਂ ਤੋਂ ਵੱਖ-ਵੱਖ ਰਸਤਿਆਂ ਰਾਹੀਂ ਪ੍ਰਵੇਸ਼ ਕਰਦੇ ਰਹੇ ਅਤੇ ਵਸਦੇ ਰਹੇ ਹਨ। ਉੱਤਰ ਪੂਰਬੀ ਖੇਤਰਾਂ ਵਿੱਚ ਮੱਧ ਏਸ਼ੀਆ ਤੋਂ ਚੀਨ ਰਾਹੀਂ ਆਈ ਮੰਗੋਲ ਜਾਤੀ, ਉੱਤਰ ਪੱਛਮੀ ਹਿਮਾਲਿਆਈ ਖੇਤਰਾਂ ਵਿੱਚ ਤਿੱਬਤੀ ਲੋਕ, ਉੱਤਰ ਪੱਛਮੀ ਮੈਦਾਨੀ ਭਾਗਾਂ ਵਿੱਚ ਪੱਛਮੀ ਏਸ਼ੀਆਈ ਖੇਤਰਾਂ ਤੋਂ ਖੈਬਰ ਅਤੇ ਬੋਲਾਨ ਦਰਿਆ ਰਾਹੀਂ ਆਏ ਖਾਸ ਕਰਕੇ ਆਰੀਅਨ ਅਤੇ ਮੁਸਲਿਮ ਜਾਤੀਆਂ ਦੇ ਲੋਕ, ਦੱਖਣੀ ਭਾਰਤ ਦੇ ਪਹਾੜੀ ਭਾਗਾਂ ਵਿੱਚ ਗਏ ਦਰਾਵਿੜ ਜਾਤੀ ਦੇ ਕਬੀਲੇ ਅਤੇ ਤਾਮਿਲਨਾਡੂ ਵਿੱਚ ਸ਼੍ਰੀਲੰਕਾ ਤੋਂ ਆਏ ਤਾਮਿਲ ਜਾਤੀ ਦੇ ਲੋਕਾਂ ਦੇ ਵੱਡੇ ਸਮੂਹ ਮਿਲਦੇ ਹਨ। ਸਾਡਾ ਅਗਲਾ ਪੁਆਇੰਟ ਹੈ ਸੱਭਿਆਚਾਰ, ਕਲਚਰ। ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਖੋ ਵੱਖਰੀਆਂ ਜਾਤੀਆਂ ਅਤੇ ਧਾਰਮਿਕ ਲੋਕ ਮਿਲਣ ਕਰਕੇ ਲੋਕਾਂ ਦੀ ਬੋਲੀ, ਰਹਿਣ ਸਹਿਣ, ਪਹਿਰਾਵਾ, ਖੁਰਾਕ, ਆਦਤਾਂ, ਘਰਾਂ ਦੀ ਬਣਤਰ, ਲੋਕ ਗੀਤ, ਲੋਕ ਨਾਚ, ਮੇਲੇ, ਤਿਉਹਾਰ ਅਤੇ ਰੀਤੀ ਰਿਵਾਜ ਆਦਿ ਵਿੱਚ ਸਪਸ਼ਟ ਭਿੰਨਤਾ ਮਿਲਦੀ ਹੈ। ਦੇਸ਼ ਵਿੱਚ ਲਗਭਗ 187 ਭਾਸ਼ਾਵਾਂ ਵਰਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਕੇਵਲ 23 ਭਾਸ਼ਾਵਾਂ ਦੇਸ਼ ਦੇ 97% ਭਾਗਾਂ ਵਿੱਚ ਬੋਲੀਆਂ ਜਾਂਦੀਆਂ ਹਨ। ਭਾਰਤੀ ਸੰਵਿਧਾਨ ਨੇ 18 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੋਈ ਹੈ। ਲੋਕ ਨਾਚ ਪੱਖੋਂ ਦੇਸ਼ ਅੰਦਰ ਭਾਰਤਨਾਟਿਅਮ, ਕੱਥਕ, ਕੁਚੀਪੁੜੀ ਅਤੇ ਮਣੀਪੁਰੀ ਦਾ ਵਿਕਾਸ ਕ੍ਰਮਵਾਰ ਦੱਖਣ, ਪੂਰਬ, ਉੱਤਰ ਅਤੇ ਪੂਰਬੀ ਭਾਗਾਂ ਵਿੱਚ ਹੋਇਆ ਹੈ। ਧਰਮ ਮੁਤਾਬਿਕ ਸੌਰਾਸ਼ਟਰ ਵਿੱਚ ਜੈਨੀ, ਹਿਮਾਲੀਅਨ ਖੇਤਰਾਂ ਵਿੱਚ ਬੋਧੀ, ਪੰਜਾਬ ਵਿੱਚ ਸਿੱਖ, ਕਸ਼ਮੀਰ ਅਤੇ ਤੇਲੰਗਾਨਾ ਵਿੱਚ ਮੁਸਲਿਮ ਅਤੇ ਉੱਤਰ ਪੂਰਬ ਵਿੱਚ ਈਸਾਈ ਧਰਮਾਂ ਦੇ ਪੈਰੋਕਾਰ ਵਧੇਰੇ ਗਿਣਤੀ ਵਿੱਚ ਮਿਲਦੇ ਹਨ। ਖੇਤੀਬਾੜੀ ਬਾਰੇ ਜਲੋੜੀ ਮਿੱਟੀਆਂ ਵਾਲੇ ਵਿਸ਼ਾਲ ਮੈਦਾਨਾਂ ਦੇ ਉਪਜਾਊਪਣ, ਮਸ਼ੀਨੀਕਰਨ, ਸੁਚਾਰੂ ਜਲ ਪੂਰਤੀ ਵਿਵਸਥਾ ਅਤੇ ਵਿਕਸਤ ਆਵਾਜਾਈ ਆਦਿ ਦੀਆਂ ਸਹੂਲਤਾਂ ਨੇ ਸਥਾਈ ਖੇਤੀ ਦੀ ਵਿਵਸਥਾ ਨੂੰ ਆਧੁਨਿਕ ਲੀਹਾਂ 'ਤੇ ਚਲਾ ਦਿੱਤਾ ਹੈ। ਦੂਜੇ ਪਾਸੇ ਦੇਸ਼ ਦੇ ਖੁਸ਼ਕ ਰਾਜਸਥਾਨੀ, ਮੱਧਵਰਤੀ ਵਿੰਧਿਆਚਲ ਤੇ ਮੈਕਾਲ ਪਰਬਤੀ ਪ੍ਰਦੇਸ਼, ਛੋਟੇ ਨਾਗਪੁਰ ਦੀ ਪਠਾਰ ਅਤੇ ਉੱਤਰ ਪੂਰਬੀ ਪਹਾੜੀ ਤੇ ਪਠਾਰੀ ਖੇਤਰਾਂ ਵਿੱਚ ਅਜੇ ਵੀ ਅਸਥਾਈ ਖੇਤੀ ਕੀਤੀ ਜਾਂਦੀ ਹੈ, ਜਿੱਥੇ ਕਿ ਵੱਖ-ਵੱਖ ਸੱਭਿਆਚਾਰ ਤੇ ਸੰਸਕ੍ਰਿਤੀ ਵਾਲੇ ਆਦੀਵਾਸੀ ਲੋਕਾਂ ਦੇ ਵੱਖੋ ਵੱਖਰੇ ਸਮੂਹ ਮਿਲਦੇ ਹਨ। ਬੱਚਿਓ, ਆਓ ਅਸੀਂ ਇਹਨਾਂ ਪੁਆਇੰਟਸ ਨੂੰ ਸਮਝਦੇ ਹਾਂ। ਭਾਰਤ ਹਮੇਸ਼ਾ ਤੋਂ ਹੀ ਦੂਸਰੇ ਦੇਸ਼ਾਂ ਦੇ ਹਮਲਾਵਰਾਂ ਵੱਲੋਂ ਹਮਲਾ ਕੀਤੇ ਜਾਂਦੇ ਰਹੇ ਨੇ। ਇਸ ਲਈ ਭਾਰਤ ਵਿੱਚ ਮਿਲਣ ਵਾਲੀਆਂ ਭਿੰਨਤਾਵਾਂ, ਵਖਰੇਵਾਂ ਇਸ ਦਾ ਇੱਕ ਕਾਰਨ ਹਨ। ਭਾਰਤ ਉੱਤੇ ਸਮੇਂ-ਸਮੇਂ 'ਤੇ ਅਲੱਗ-ਅਲੱਗ ਜਾਤੀਆਂ ਦੇ ਲੋਕ, ਜਿਸ ਤਰ੍ਹਾਂ ਕਿ ਮੰਗੋਲ, ਤਿੱਬਤੀ, ਆਰੀਆ, ਮੁਸਲਿਮ, ਦਰਾਵਿੜ, ਤਾਮਿਲ ਜਾਤੀ ਦੇ ਲੋਕ ਆ ਕੇ ਵਸ ਗਏ। ਇਸੇ ਵਜ੍ਹਾ ਨਾਲ ਭਾਰਤ ਦੀ ਸੰਸਕ੍ਰਿਤੀ, ਸੱਭਿਆਚਾਰ ਵਿੱਚ ਵੀ ਭਿੰਨਤਾ ਪਾਈ ਜਾਂਦੀ ਹੈ, ਜਿਸ ਤਰ੍ਹਾਂ ਕਿ ਭਾਸ਼ਾ, ਰਹਿਣ ਸਹਿਣ, ਪਹਿਰਾਵਾ, ਖਾਣ ਪੀਣ, ਘਰਾਂ ਦੀ ਬਣਾਵਟ, ਲੋਕ ਗੀਤ, ਲੋਕ ਨਾਚ, ਮੇਲੇ, ਤਿਉਹਾਰ, ਰੀਤੀ ਰਿਵਾਜ ਆਦਿ ਵਿੱਚ। ਭਾਰਤ ਵਿੱਚ 187 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ,
ਪਰ ਭਾਰਤੀ ਸੰਵਿਧਾਨ ਵਿੱਚ ਕੇਵਲ 18 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ। ਬੱਚਿਓ, ਆਓ ਅਸੀਂ ਆਪਣਾ ਲੈਸਨ ਅੱਗੋਂ ਪੜ੍ਹਦੇ ਹਾਂ। ਸਾਡਾ ਅਗਲਾ ਟੌਪਿਕ ਹੈ ਅਨੇਕਤਾ ਵਿੱਚ ਏਕਤਾ, ਯੂਨਿਟੀ ਇਨ ਡਾਇਵਰਸਿਟੀ। ਉਪਰੋਕਤ ਤੱਥਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਅਨੇਕਤਾਵਾਂ ਦਾ ਦੇਸ਼ ਹੈ। ਇਸ ਦੇ ਕੁਦਰਤੀ, ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਤੱਤਾਂ ਵਿੱਚ ਭਿੰਨਤਾਵਾਂ ਮਿਲਦੀਆਂ ਹਨ। ਇੰਨੀਆਂ ਭਿੰਨਤਾਵਾਂ ਹੋਣ ਦੇ ਬਾਵਜੂਦ ਭਾਰਤੀ ਸਮਾਜ ਵਿੱਚ ਵਿਲੱਖਣ ਏਕਤਾ ਵੀ ਮਿਲਦੀ ਹੈ। ਮੋਟੇ ਤੌਰ 'ਤੇ ਦੇਸ਼ ਦੇ ਕੁਦਰਤੀ ਅਤੇ ਸੱਭਿਆਚਾਰਕ ਤੱਤਾਂ ਵਿੱਚ ਨਿਰੰਤਰ ਰੂਪ ਵਿੱਚ ਤਬਦੀਲੀ ਹੋਣ ਕਾਰਨ ਹੀ ਇਕਰੂਪਤਾ ਦੀ ਸਥਿਤੀ ਪੈਦਾ ਹੋਈ ਹੈ। ਦੇਸ਼ ਅੰਦਰ ਏਕਤਾ ਪ੍ਰਦਾਨ ਕਰਨ ਵਾਲੇ ਤੱਤ ਇਸ ਪ੍ਰਕਾਰ ਹਨ। ਪਹਿਲਾ ਪੁਆਇੰਟ ਹੈ ਮਾਨਸੂਨੀ ਰੁੱਤ। ਸਾਡਾ ਦੇਸ਼ ਉਸ਼ਣ ਮਾਨਸੂਨੀ ਜਲਵਾਯੂ ਵਾਲਾ ਖੇਤੀ ਪ੍ਰਧਾਨ ਦੇਸ਼ ਹੈ, ਜਿੱਥੇ ਰੁੱਤਾਂ ਦਾ ਕ੍ਰਮ ਲਗਭਗ ਇੱਕੋ ਜਿਹਾ ਹੀ ਮਿਲਦਾ ਹੈ। ਦੇਸ਼ ਦੀ ਜ਼ਿਆਦਾ ਵਰਖਾ ਗਰਮੀ ਦੀ ਰੁੱਤ ਵਿੱਚ ਹੁੰਦੀ ਹੈ। ਇਸ ਲਈ ਸਾਰੇ ਦੇਸ਼ ਦੀ ਖੇਤੀਬਾੜੀ ਅਤੇ ਆਰਥਿਕਤਾ ਮਾਨਸੂਨ ਪੌਣਾਂ ਦੀ ਆਮਦ 'ਤੇ ਨਿਰਭਰ ਕਰਦੀ ਹੈ। ਇਹ ਪੌਣਾਂ ਇੱਕ ਪਾਸੇ ਭਾਰਤ ਦੇ ਵਿਸ਼ਾਲ ਮੈਦਾਨਾਂ ਦੀ ਖੇਤੀਯੋਗ ਭੂਮੀ ਲਈ ਪਾਣੀ ਪ੍ਰਦਾਨ ਕਰਦੀਆਂ ਹਨ, ਉੱਥੇ ਨਾਲ ਹੀ ਪਹਾੜੀ ਖੇਤਰਾਂ ਵਿੱਚ ਪਾਣੀ ਦੇ ਜਮ੍ਹਾਂ ਭੰਡਾਰਾਂ ਦੇ ਉੱਚੇ ਸਤਰ ਨਾਲ ਬਿਜਲੀ ਦੀ ਸਪਲਾਈ ਯਕੀਨੀ ਬਣਾ ਕੇ ਸ਼ਹਿਰੀ ਅਤੇ ਪੇਂਡੂ ਜਨਸੰਖਿਆ ਲਈ ਰੋਜ਼ੀ ਰੋਟੀ ਮੁਹੱਈਆ ਕਰਨ ਵਿੱਚ ਮਦਦ ਕਰਦੀਆਂ ਹਨ। ਇਸ ਕਰਕੇ ਸਾਰੇ ਦੇਸ਼ ਵਿੱਚ ਲੋਕ ਮਾਨਸੂਨ ਪੌਣਾਂ ਦੀ ਆਮਦ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਆਓ ਬੱਚਿਓ, ਇਹਨਾਂ ਪੁਆਇੰਟਸ ਨੂੰ ਹੁਣ ਅਸੀਂ ਸਮਝਦੇ ਹਾਂ। ਚਾਹੇ ਸਾਡੇ ਦੇਸ਼ ਵਿੱਚ ਇੰਨੀ ਵਿਲੱਖਣਤਾ ਮਿਲਦੀ ਹੈ, ਪਰ ਸਾਡਾ ਦੇਸ਼ ਫਿਰ ਵੀ ਇੱਕ ਹੈ। ਸਾਡੇ ਦੇਸ਼ ਵਿੱਚ ਕੁਦਰਤੀ, ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਭਿੰਨਤਾ ਮਿਲਦੀ ਹੈ। ਸਭ ਤੋਂ ਪਹਿਲੇ ਸਾਨੂੰ ਜੋੜਨ ਵਾਲੀ ਚੀਜ਼ ਹੈ ਉਹ ਹੈ ਵਰਸ਼ਾ। ਸਾਡੇ ਦੇਸ਼ ਵਿੱਚ ਜ਼ਿਆਦਾਤਰ ਵਰਸ਼ਾ ਮੀਂਹ ਬਰਸਾਤ ਗਰਮੀਆਂ ਵਿੱਚ ਹੀ ਹੁੰਦੀ ਹੈ। ਸਾਡੀ ਖੇਤੀ ਚੰਗੀ ਹੁੰਦੀ ਹੈ ਤਾਂ ਉਹ ਵਰਸ਼ਾ 'ਤੇ ਹੀ ਨਿਰਭਰ ਹੈ। ਮੈਦਾਨੀ ਇਲਾਕਿਆਂ ਵਿੱਚ ਵਰਸ਼ਾ ਹੋਣ ਦੇ ਨਾਲ ਖੇਤੀ ਚੰਗੀ ਹੁੰਦੀ ਹੈ ਅਤੇ ਪਹਾੜੀਆਂ ਇਲਾਕਿਆਂ ਵਿੱਚ ਇਸ ਪਾਣੀ ਤੋਂ ਬਿਜਲੀ ਬਣਾ ਕੇ ਪਿੰਡਾਂ ਅਤੇ ਸ਼ਹਿਰੀ ਲੋਕਾਂ ਦੀ ਮਦਦ ਕਰਦੇ ਹਨ। ਇਸ ਲਈ ਸਾਡੇ ਦੇਸ਼ ਵਿੱਚ ਵਰਖਾ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ। ਆਓ ਬੱਚਿਓ, ਅਸੀਂ ਆਪਣਾ ਲੈਸਨ ਅੱਗੋਂ ਪੜ੍ਹਦੇ ਹਾਂ। ਸਾਡਾ ਅਗਲਾ ਟੌਪਿਕ ਹੈ ਧਾਰਮਿਕ ਸੰਸਕ੍ਰਿਤੀ। ਧਰਮ ਸਥਾਨ। ਦੇਸ਼ ਵਿੱਚ ਅਨੇਕਾਂ ਧਰਮ ਪ੍ਰਚਲਿਤ ਹਨ ਅਤੇ ਇਹਨਾਂ ਨੂੰ ਮੰਨਣ ਵਾਲੇ ਸ਼ਰਧਾਲੂ ਵੀ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਫੈਲੇ ਹੋਏ ਹਨ। ਪਰ ਇਹ ਧਾਰਮਿਕ ਸਥਾਨ ਰੂਹਾਨੀ ਖਿੱਚ ਦਾ ਕੇਂਦਰ ਹੋਣ ਕਰਕੇ ਅਲੱਗ-ਅਲੱਗ ਸਥਾਨਾਂ 'ਤੇ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਵੱਖ-ਵੱਖ ਸਮੇਂ 'ਤੇ ਇਕੱਠਾ ਕਰਕੇ ਧਾਰਮਿਕ ਇਕੱਠ ਰਾਹੀਂ ਇਕਾਗਰ ਭਾਵਨਾ ਜਾਗਰਤ ਕਰਨ ਵਿੱਚ ਮਦਦ ਕਰਦੇ ਹਨ। ਦੇਸ਼ ਦੇ ਤਿਰੂਪਤੀ, ਜਗਨਨਾਥਪੁਰੀ, ਬਨਾਰਸ, ਬਦਰੀਨਾਥ, ਅਮਰਨਾਥ ਜਿਹੇ ਪਵਿੱਤਰ ਸਥਾਨਾਂ ਦੀ ਪੂਜਾ ਕਰਨ ਲਈ ਦੇਸ਼ ਦੇ ਹਰ ਕੋਨੇ ਤੋਂ ਹਿੰਦੂ ਲੋਕ ਆਉਂਦੇ ਹਨ। ਇਸੇ ਤਰ੍ਹਾਂ ਅਜਮੇਰ ਦੀ ਚਿਸ਼ਤੀ ਦੀ ਦਰਗਾਹ, ਦਿੱਲੀ ਦੀ ਜਾਮਾ ਮਸਜਿਦ, ਬੀਬੀ ਦਾ ਮਕਬਰਾ ਆਦਿ ਥਾਵਾਂ 'ਤੇ ਸਾਰੇ ਦੇਸ਼ ਤੋਂ ਮੁਸਲਮਾਨ ਮੰਨਤਾਂ ਮੰਨਦੇ ਹਨ ਅਤੇ ਇਬਾਦਤ ਕਰਦੇ ਹਨ। ਸਿੱਖ ਧਰਮ ਨੂੰ ਮੰਨਣ ਵਾਲੇ ਹਰਿਮੰਦਰ ਸਾਹਿਬ, ਪਟਨਾ ਸਾਹਿਬ, ਹੇਮਕੁੰਟ ਸਾਹਿਬ, ਹਜ਼ੂਰ ਸਾਹਿਬ ਜਿਹੇ ਸਥਾਨਾਂ 'ਤੇ ਸਾਰੇ ਭਾਰਤ ਦੇ ਵੱਖ-ਵੱਖ ਭਾਗਾਂ ਤੋਂ ਦਰਸ਼ਨ ਕਰਨ ਜਾਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਚਾਹੇ ਹਿੰਦੂ ਦੇਵੀ ਦੇਵਤਿਆਂ ਦੇ ਮੰਦਰ ਹੋਣ, ਪੀਰਾਂ ਫਕੀਰਾਂ ਦੀਆਂ ਦਰਗਾਹਾਂ ਹੋਣ ਜਾਂ ਫਿਰ ਗੁਰਦੁਆਰੇ ਹੋਣ, ਇਹਨਾਂ ਸਭ ਥਾਵਾਂ ਉੱਤੇ ਹਿੰਦੂ, ਮੁਸਲਿਮ, ਸਿੱਖ ਆਦਿ ਧਰਮਾਂ ਦੇ ਲੋਕ ਮਿਲ ਕੇ ਪੂਜਾ ਕਰਦੇ ਦੇਖੇ ਜਾਂਦੇ ਹਨ, ਜੋ ਕਿ ਸਾਂਝ ਦੀ ਇੱਕ ਅਮਿੱਟ ਉਦਾਹਰਣ ਹੈ। ਬੱਚਿਓ, ਆਓ ਹੁਣ ਇਸ ਪੁਆਇੰਟ ਨੂੰ ਸਮਝਦੇ ਹਾਂ। ਸਾਡੇ ਦੇਸ਼ ਵਿੱਚ ਅਨੇਕਾਂ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਉਹ ਚਾਹੇ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਰਹਿੰਦੇ ਹਨ, ਉਹ ਆਪਣੇ ਪੂਜਾ ਸਥਲ ਜਾਂ ਧਰਮ ਸਥਲ ਜਾਂ ਮੰਦਰ, ਗੁਰਦੁਆਰੇ, ਮਸਜਿਦ ਵਿੱਚ ਦੇਸ਼ ਵਿੱਚ ਭਾਵੇਂ ਉਹ ਜਿਸ ਕਿਸੇ ਮਰਜ਼ੀ ਨੁੱਕਰ 'ਤੇ ਜਾਂ ਕੋਨੇ ਵਿੱਚ ਹੋਵੇ, ਉੱਥੇ ਮੱਥਾ ਟੇਕ ਸਕਦੇ ਹਨ, ਆਪਣੇ ਭਗਵਾਨ ਨੂੰ ਮੰਨ ਸਕਦੇ ਹਨ। ਉਹ ਕਿਸੇ ਵੀ ਕਿਸਮ ਦੀ ਉਹਨਾਂ ਉੱਤੇ ਪਾਬੰਦੀ ਨਹੀਂ ਲਗਾਈ ਜਾਂਦੀ। ਉਹਨਾਂ ਨੂੰ ਆਪਣੇ ਦੇਸ਼ ਨੂੰ, ਧਰਮ ਨੂੰ
ਆਪਣੇ ਦੇਸ਼ ਵਿੱਚ ਆਪਣੇ ਧਰਮ ਨੂੰ ਮੰਨਣ ਦੀ ਪੂਰੀ ਆਜ਼ਾਦੀ ਹੈ। ਤੁਸੀਂ ਕਿਸੇ ਵੀ ਧਰਮ ਨੂੰ ਮੰਨ ਸਕਦੇ ਹੋ, ਪੂਜਾ ਕਰ ਸਕਦੇ ਹੋ, ਅਰਚਨਾ ਕਰ ਸਕਦੇ ਹੋ, ਅਤੇ ਇਹੀ ਸਾਡੀ ਪਹਿਚਾਣ ਹੈ ਕਿ ਸਾਡੇ ਧਰਮ ਵਿੱਚ ਕਾਫੀ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਨੇ, ਪਰ ਉਹਨਾਂ 'ਤੇ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਕਿ ਉਹ ਆਪਣੇ ਧਰਮ ਦਾ ਜਾਂ ਆਪਣੇ ਗੁਰੂ ਪੀਰ ਦਾ ਨੂੰ ਨਹੀਂ ਮੰਨ ਸਕਦੇ, ਉਹਨਾਂ 'ਤੇ ਕੋਈ ਪਾਬੰਦੀ ਹੈ। ਆਓ ਬੱਚਿਓ, ਅਸੀਂ ਆਪਣਾ ਨੈਕਸਟ ਪੁਆਇੰਟ ਪੜ੍ਹਦੇ ਹਾਂ। ਧਾਰਮਿਕ ਸੰਤ ਅਤੇ ਭਗਤ। ਧਾਰਮਿਕ ਸਥਾਨਾਂ ਤੋਂ ਇਲਾਵਾ ਧਾਰਮਿਕ ਗੁਰੂ, ਪੀਰ, ਪੈਗੰਬਰ ਤੇ ਸੂਫੀ ਸੰਤ ਆਪਣੇ ਰੂਹਾਨੀ ਸਤਸੰਗ ਅਤੇ ਉਪਦੇਸ਼ਾਂ ਦੁਆਰਾ ਭਾਈਚਾਰਕ ਏਕਤਾ ਪੈਦਾ ਕਰਕੇ ਸੱਭਿਆਚਾਰਕ ਸੰਯੋਗ ਨੂੰ ਇੱਕ ਦ੍ਰਿੜ ਆਧਾਰ ਪ੍ਰਦਾਨ ਕਰਦੇ ਰਹੇ ਹਨ। ਭਗਤ ਕਬੀਰ, ਗੁਰੂ ਨਾਨਕ, ਤੁਕਾਰਾਮ, ਸੂਰਦਾਸ ਚਿਸ਼ਤੀ ਅਤੇ ਰਾਮਾਨੁਜ ਜੇ ਸੰਤਾਂ ਨੇ ਦੇਸ਼ ਅੰਦਰ ਸਮੂਹਿਕ ਮਨੁੱਖ ਜਾਤੀ ਦੀ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦੇ ਕੇ ਸੱਭਿਆਚਾਰਕ ਏਕੀਕਰਨ ਦੀ ਲਹਿਰ ਨੂੰ ਮਜ਼ਬੂਤ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਅਲੱਗ-ਅਲੱਗ ਖੇਤਰਾਂ ਦੇ ਸੂਫੀ ਭਗਤਾਂ ਅਤੇ ਸੰਤਾਂ ਦੀ ਬਾਣੀ ਨੂੰ ਦਰਜ ਕਰਕੇ ਗੁਰੂ ਅਰਜਨ ਦੇਵ ਜੀ ਨੇ ਕਈ ਵਰ੍ਹਿਆਂ ਦੀ ਅਧਿਆਤਮਕ ਸੋਚ ਇੱਕ ਧਾਰਾ ਵਿੱਚ ਬੰਨ੍ਹਣ ਦੀ ਇੱਕ ਲਾਸਾਨੀ ਮਿਸਾਲ ਕਾਇਮ ਕੀਤੀ ਹੈ। ਆਓ ਬੱਚਿਓ, ਅਗਲਾ ਪੁਆਇੰਟ ਪੜ੍ਹਦੇ ਹਾਂ। ਭਾਸ਼ਾ ਅਤੇ ਲੋਕ ਕਲਾ। ਦੇਸ਼ ਦੇ ਵੱਖੋ ਵੱਖਰੇ ਖੇਤਰਾਂ ਦੀ ਸੰਸਕ੍ਰਿਤੀ ਦੇ ਪ੍ਰਸਾਰ ਵਿੱਚ ਭਾਸ਼ਾ ਦਾ ਵਡਮੁੱਲਾ ਯੋਗਦਾਨ ਹੁੰਦਾ ਹੈ। ਪ੍ਰਾਚੀਨ ਸਮੇਂ ਦੌਰਾਨ ਵੈਦਿਕ ਕਾਲ ਸਮੇਂ ਵੇਦਾਂ ਦੇ ਮੰਤਰਾਂ ਦਾ ਉਚਾਰਨ ਕੇਵਲ ਇੱਕੋ ਸੰਸਕ੍ਰਿਤ ਭਾਸ਼ਾ ਦੁਆਰਾ ਹੀ ਕੀਤਾ ਜਾਂਦਾ ਹੈ। ਵੇਦ ਅਤੇ ਪੁਰਾਣਾਂ ਦਾ ਅਸਰ ਕਸ਼ਮੀਰ ਤੋਂ ਲੈ ਕੇ ਸ਼੍ਰੀਲੰਕਾ ਤੱਕ, ਰਾਜਸਥਾਨ ਤੋਂ ਮਣੀਪੁਰ ਤੱਕ ਮਿਲਣ ਦਾ ਮੁੱਖ ਕਾਰਨ ਕੇਵਲ ਇੱਕੋ ਭਾਸ਼ਾ ਸੰਸਕ੍ਰਿਤ ਹੈ। ਇਸ ਤੋਂ ਇਲਾਵਾ ਅੱਜ ਦੀ ਕਈ ਪ੍ਰਾਦੇਸ਼ਿਕ ਭਾਸ਼ਾਵਾਂ ਦਾ ਮੂਲ ਆਧਾਰ ਵੀ ਸੰਸਕ੍ਰਿਤ ਹੀ ਹੈ। ਮੱਧਕਾਲ ਸਮੇਂ ਦੌਰਾਨ ਭਾਰਤ ਦੇ ਵਿਸ਼ਾਲ ਖੇਤਰਾਂ ਵਿੱਚ ਫਾਰਸੀ ਭਾਸ਼ਾ ਦਾ ਬੋਲਬਾਲਾ ਰਿਹਾ ਹੈ। ਫਾਰਸੀ ਅਤੇ ਸੰਸਕ੍ਰਿਤ ਦੇ ਸੁਮੇਲ ਰਾਹੀਂ ਨਵੀਂ ਜਨਮੀ ਭਾਸ਼ਾ ਉਰਦੂ ਨੂੰ ਦਿੱਲੀ ਦੇ ਹੁਕਮਰਾਨਾਂ ਨੇ ਮਾਨਤਾ ਪ੍ਰਦਾਨ ਕਰਕੇ ਦੇਸ਼ ਵਿੱਚ ਲਾਗੂ ਕਰ ਦਿੱਤਾ। ਅੱਜ ਵੀ ਇਸ ਭਾਸ਼ਾ ਨੂੰ ਹਿੰਦੁਸਤਾਨੀ ਭਾਸ਼ਾ ਕਿਹਾ ਜਾਂਦਾ ਹੈ। ਆਜ਼ਾਦੀ ਤੋਂ ਬਾਅਦ ਦੇਸ਼ ਦੇ ਹਰੇਕ ਹਿੱਸੇ ਵਿੱਚ ਅੰਗਰੇਜ਼ੀ ਅਤੇ ਹਿੰਦੀ ਪੜ੍ਹੀਆਂ ਅਤੇ ਲਿਖੀਆਂ ਜਾਂਦੀਆਂ ਹੋਣ ਕਰਕੇ ਦੇਸ਼ ਨੂੰ ਕੌਮੀ ਅਤੇ ਕੌਮਾਂਤਰੀ ਧਾਰਾ ਵਿੱਚ ਲਿਆਉਣ ਲਈ ਮਹੱਤਵਪੂਰਨ ਰੋਲ ਨਿਭਾ ਰਹੀਆਂ ਹਨ। ਦੇਸ਼ ਵਿੱਚ ਹਿੰਦੀ ਨੂੰ ਬੋਲਣ ਅਤੇ ਸਮਝਣ ਵਾਲਿਆਂ ਦੀ ਸੰਖਿਆ ਬਹੁਤ ਜ਼ਿਆਦਾ ਹੋਣ ਕਰਕੇ ਪ੍ਰਥਮ ਰਾਸ਼ਟਰੀ ਭਾਸ਼ਾ ਦਾ ਦਰਜਾ ਹਾਸਲ ਹੈ ਅਤੇ ਅੰਗਰੇਜ਼ੀ ਲਿੰਕ ਭਾਸ਼ਾ ਦਾ ਕੰਮ ਕਰਦੀ ਹੈ। ਲੋਕ ਗਾਥਾਵਾਂ ਦੇ ਪੱਖੋਂ ਮਾਨਸੂਨ ਦੇ ਸੰਬੰਧ ਵਿੱਚ ਵੱਖ-ਵੱਖ ਸਥਾਨਾਂ 'ਤੇ ਗਾਏ ਜਾਣ ਵਾਲੇ ਲੋਕ ਗੀਤ ਵੀ ਇੱਕੋ ਜਿਹੇ ਹੀ ਹਨ, ਜਿਵੇਂ ਪੰਜਾਬ ਦੀਆਂ ਤੀਆਂ, ਹਰਿਆਣੇ ਦਾ ਸਾਵਣ, ਭੋਜਪੁਰ ਦੀ ਕਜਰੀ ਤੇ ਬ੍ਰਜ ਦਾ ਮਲਹਾਰ ਆਦਿ। ਇਹਨਾਂ ਤੋਂ ਇਲਾਵਾ ਲਲਿਤ ਕਲਾਵਾਂ ਵਿੱਚ ਵੀਰ ਰਸ ਵਾਲੀਆਂ ਲੋਕ ਗਾਥਾਵਾਂ, ਲੋਕ ਨਾਚ, ਸੰਗੀਤ ਅਤੇ ਨਾਟਕਾਂ ਨੂੰ ਵੱਖੋ ਵੱਖਰੇ ਮੇਲਿਆਂ, ਤਿਉਹਾਰਾਂ, ਹੋਰ ਮੌਕਿਆਂ 'ਤੇ ਪੇਸ਼ ਕੀਤੇ ਜਾਣ ਕਰਕੇ ਆਪਸੀ ਆਦਾਨ ਪ੍ਰਦਾਨ ਦੁਆਰਾ ਦੇਸ਼ ਵਿੱਚ ਇਕਸੁਰਤਾ ਦੀ ਧਾਰਾ ਪੈਦਾ ਕਰਦੇ ਰਹੇ ਹਨ। ਭਾਰਤੀ ਫਿਲਮਾਂ ਸਾਰੇ ਦੇਸ਼ ਦੇ ਅੰਦਰ ਹੀ ਨਹੀਂ ਸਗੋਂ ਆਸ-ਪਾਸ ਦੇ ਗੁਆਂਢੀ ਦੇਸ਼ਾਂ ਤੱਕ ਭਾਰਤ ਦੇ ਮਜ਼ਬੂਤ ਸੱਭਿਆਚਾਰ ਤੇ ਸੰਸਕ੍ਰਿਤੀ ਦਾ ਡੂੰਘਾ ਪ੍ਰਭਾਵ ਛੱਡਦੀਆਂ ਰਹੀਆਂ ਹਨ। ਆਓ ਬੱਚਿਓ, ਇਹਨਾਂ ਪੁਆਇੰਟਸ ਨੂੰ ਅਸੀਂ ਹੁਣ ਸਮਝਦੇ ਹਾਂ। ਸਾਡੇ ਦੇਸ਼ ਨੂੰ ਇੱਕ ਸੂਤਰ ਵਿੱਚ ਪਿਰੋ ਕੇ ਰੱਖਣ ਦਾ ਕੰਮ ਸਾਡੇ ਧਾਰਮਿਕ ਗੁਰੂਆਂ ਨੇ ਕੀਤਾ ਹੈ। ਉਹਨਾਂ ਨੇ ਆਪਣੇ ਉਪਦੇਸ਼ਾਂ ਦੁਆਰਾ ਭਾਈਚਾਰੇ ਅਤੇ ਏਕਤਾ ਦਾ ਸੰਦੇਸ਼ ਦੇ ਕੇ ਏਕੀਕਰਨ ਦੀ ਲਹਿਰ ਨੂੰ ਮਜ਼ਬੂਤ ਕੀਤਾ। ਅਸੀਂ ਕਈ ਸੰਤਾਂ ਦਾ ਨਾਮ ਲੈ ਸਕਦੇ ਹਾਂ, ਜਿਵੇਂ ਗੁਰੂ ਨਾਨਕ ਦੇਵ ਜੀ, ਕਬੀਰ, ਤੁਕਾਰਾਮ, ਸਰਦਾਰ ਸੂਰਦਾਸ ਚਿਸ਼ਤੀ, ਰਾਮਾਨੁਜ। ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਸੰਸਕ੍ਰਿਤੀ ਸੱਭਿਆਚਾਰ ਦਾ ਪ੍ਰਚਾਰ ਪ੍ਰਸਾਰ ਵਿੱਚ ਭਾਸ਼ਾ ਦਾ ਬਹੁਮੁੱਲ ਯੋਗਦਾਨ ਹੁੰਦਾ ਹੈ। ਵੈਦਿਕ ਕਾਲ ਵਿੱਚ ਵੇਦਾਂ ਦੇ ਮੰਤਰਾਂ ਦਾ ਉਚਾਰਨ ਕੇਵਲ ਸੰਸਕ੍ਰਿਤ ਭਾਸ਼ਾ ਵਿੱਚ ਹੀ ਕੀਤਾ ਜਾਂਦਾ ਸੀ। ਇਹ ਪੂਰੇ ਭਾਰਤ ਵਿੱਚ ਬੋਲੀ ਜਾਂਦੀ ਸੀ। ਮੱਧਕਾਲ ਵਿੱਚ ਫਾਰਸੀ ਦਾ ਬੋਲਬਾਲਾ ਹੋ ਗਿਆ, ਫਿਰ ਉਰਦੂ ਭਾਸ਼ਾ ਵੀ ਕਾਫੀ ਪ੍ਰਚਲਿਤ ਹੋ ਗਈ। ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ, ਅੰਗਰੇਜ਼ੀ ਲਿੰਕ ਭਾਸ਼ਾ ਹੈ। ਇਸ ਲਈ ਬੱਚਿਆਂ ਨੂੰ ਪਹਿਲੇ
ਲੋਕਲ ਭਾਸ਼ਾ, ਫਿਰ ਰਾਸ਼ਟਰੀ ਭਾਸ਼ਾ ਹਿੰਦੀ ਅਤੇ ਫਿਰ ਇੰਗਲਿਸ਼ ਸਿਖਾਈ ਜਾਂਦੀ ਹੈ। ਆਓ ਬੱਚਿਓ, ਅਸੀਂ ਹੁਣ ਆਪਣਾ ਪਾਠ ਅੱਗੋਂ ਪੜ੍ਹਦੇ ਹਾਂ। ਸਾਡਾ ਅਗਲਾ ਪੁਆਇੰਟ ਹੈ ਆਵਾਜਾਈ ਅਤੇ ਸੰਚਾਰ ਦੇ ਸਾਧਨ। ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਇਹਨਾਂ ਸਾਧਨਾਂ ਦੇ ਵਿਕਾਸ ਨੇ ਏਕਤਾਮਈ ਪ੍ਰਭਾਵ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਰੇਲਾਂ ਅਤੇ ਸੜਕਾਂ ਨੇ ਪਿੰਡਾਂ ਨੂੰ ਸ਼ਹਿਰਾਂ ਨਾਲ ਅਤੇ ਦੁਰਾਡੇ ਪਹਾੜੀ ਖੇਤਰਾਂ ਨੂੰ ਵਿਕਸਿਤ ਇਲਾਕਿਆਂ ਨਾਲ ਜੋੜ ਕੇ ਬਾਜ਼ਾਰੀ ਵਸਤੂਆਂ ਦੇ ਆਦਾਨ ਪ੍ਰਦਾਨ ਨਾਲ ਖੇਤਰੀ ਰੁਕਾਵਟਾਂ ਨੂੰ ਤੋੜ ਦਿੱਤਾ ਹੈ। ਇਸ ਤਰ੍ਹਾਂ ਆਰਥਿਕ ਅਤੇ ਸਮਾਜਿਕ ਸੰਪਰਕ ਕਾਇਮ ਹੋਣ ਕਰਕੇ ਲੋਕ ਖੇਤਰੀ ਪ੍ਰਵਿਰਤੀਆਂ ਦੀ ਬਜਾਏ ਰਾਸ਼ਟਰੀ ਧਾਰਾ ਨਾਲ ਜੁੜ ਗਏ ਹਨ। ਦੂਰਦਰਸ਼ਨ, ਅਖਬਾਰ ਅਤੇ ਮੈਗਜ਼ੀਨਾਂ ਦੇ ਖੇਤਰ ਦਾ ਵਿਕਾਸ ਹੋਣ ਕਰਕੇ ਕੌਮੀ ਸੋਚ ਅਤੇ ਕੌਮੀ ਧਾਰਾ ਦਾ ਵਿਕਾਸ ਹੋਇਆ ਹੈ। ਸਾਡਾ ਅਗਲਾ ਪੁਆਇੰਟ ਹੈ ਸਥਾਨ ਬਦਲੀ। ਪਿੰਡਾਂ ਤੋਂ ਸ਼ਹਿਰਾਂ ਵਿੱਚ ਜਾ ਕੇ ਵਸਣ ਵਾਲੇ ਭਾਵੇਂ ਸ਼ਹਿਰੀ ਇਲਾਕਿਆਂ ਵਿੱਚ ਵੱਖ ਸਥਾਨਾਂ 'ਤੇ ਵੱਖੋ ਵੱਖਰੀਆਂ ਸ਼ਹਿਰੀ ਬਸਤੀਆਂ ਹੋਂਦ ਵਿੱਚ ਆਈਆਂ ਹਨ, ਪਰ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸਮੂਹਾਂ ਦੇ ਇੱਕ ਸਥਾਨ 'ਤੇ ਇਕੱਠੇ ਰਹਿਣ ਬਹਿਣ ਨੇ ਵੀ ਭਾਈਚਾਰਕ ਸਾਂਝ ਵਿੱਚ ਵਾਧਾ ਕੀਤਾ ਹੈ। ਉਪਰੋਕਤ ਕਾਰਨਾਂ ਤੋਂ ਇਲਾਵਾ ਕੇਂਦਰ ਸਰਕਾਰ ਲੋਕ ਸੇਵਾਵਾਂ ਅਤੇ ਸੁਰੱਖਿਆ ਸੇਵਾਵਾਂ ਵਿੱਚ ਵੱਖ-ਵੱਖ ਭਾਗਾਂ ਦੇ ਲੋਕਾਂ ਨੂੰ ਨਿਯੁਕਤੀਆਂ ਪ੍ਰਦਾਨ ਕਰਦੀ ਹੈ, ਜਿਨ੍ਹਾਂ ਨੂੰ ਸੇਵਾ ਦੌਰਾਨ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਭੇਜਿਆ ਜਾਂਦਾ ਹੈ, ਜਿਸ ਨਾਲ ਖੇਤਰੀ ਅਤੇ ਵਿਅਕਤੀਗਤ ਸੋਚ ਖਤਮ ਹੋ ਜਾਂਦੀ ਹੈ ਅਤੇ ਕੌਮੀ ਏਕੇ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਇਸੇ ਤਰ੍ਹਾਂ ਦੇਸ਼ ਦੇ ਅੰਦਰ ਇੱਕ ਸੰਵਿਧਾਨ, ਸੁਰੱਖਿਆ ਬਲਾਂ ਦਾ ਇੱਕ ਮੁਖੀ, ਇੱਕ ਕਰੰਸੀ ਅਤੇ ਲੋਕਤੰਤਰ ਪ੍ਰਣਾਲੀ ਆਦਿ ਨੇ ਵੀ ਦੇਸ਼ ਅੰਦਰ ਏਕਤਾ ਦੀ ਲਹਿਰ ਨੂੰ ਮਜ਼ਬੂਤ ਕੀਤਾ। ਵਿਦਿਆਰਥੀਓ, ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ, ਭਾਰਤ ਅੰਦਰ ਅਨੇਕਤਾਵਾਂ ਹੁੰਦੇ ਹੋਏ ਵੀ ਏਕਤਾ ਮਿਲਦੀ ਹੈ। ਇਹ ਦੋਵੇਂ ਇੱਕ ਦੂਸਰੇ ਦੇ ਵਿਰੋਧੀ ਨਹੀਂ, ਸਗੋਂ ਦੋਹਾਂ ਦਾ ਆਪਸ ਵਿੱਚ ਨਜ਼ਦੀਕੀ ਸੰਬੰਧ ਹੈ, ਜੋ ਕਿ ਦੂਸਰੇ ਦੇ ਸਹਾਰੇ ਨਾਲ ਰਾਸ਼ਟਰ ਦੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਰਾਸ਼ਟਰ ਦੀ ਏਕਤਾ ਕੇਵਲ ਇੱਕ ਧਰਮ ਵਿਸ਼ੇਸ਼ ਵਰਗ ਜਾਂ ਖਾਸ ਜਾਤ ਪੱਖੀ ਨਹੀਂ ਹੈ, ਸਗੋਂ ਦੇਸ਼ ਦੇ ਅੰਦਰ ਫੈਲੇ ਵੱਖੋ ਵੱਖਰੇ ਸੱਭਿਆਚਾਰਾਂ ਦੇ ਸੁਮੇਲ ਦਾ ਮਿਸ਼ਰਤ ਰੂਪ ਹੈ। ਆਓ ਬੱਚਿਓ, ਹੁਣ ਅਸੀਂ ਇਹਨਾਂ ਪੁਆਇੰਟਸ ਨੂੰ ਸਮਝਦੇ ਹਾਂ। ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੋਣ ਕਰਕੇ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲਿਆਂਦਾ ਜਾ ਸਕਿਆ ਹੈ। ਯਾਤਾਯਾਤ ਦੇ ਸਾਧਨ ਹੀ, ਆਵਾਜਾਈ ਦੇ ਸਾਧਨ ਹੀ ਦੇਸ਼ ਦੇ ਦੂਰ ਕੋਨਿਆਂ ਨੂੰ ਦੇਸ਼ ਦੇ ਨਾਲ ਜੋੜਦੇ ਹਨ, ਇੱਕ ਦੂਜੇ ਦੇ ਕੋਲ ਲਿਆਉਂਦੇ ਹਨ। ਯਾਤਾਯਾਤ ਦੇ ਸਾਧਨਾਂ ਨੇ ਹੀ, ਆਵਾਜਾਈ ਦੇ ਸਾਧਨਾਂ ਨੇ ਹੀ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜ ਕੇ ਤਰੱਕੀ ਦੇ ਰਾਹ ਖੋਲ੍ਹੇ ਹਨ। ਉਹ ਰਾਸ਼ਟਰੀ ਧਾਰਾ ਨਾਲ ਜੁੜ ਰਹੇ ਹਨ। ਦੂਰਦਰਸ਼ਨ, ਅਖਬਾਰ, ਪੱਤਰਕਾਵਾਂ ਦੁਆਰਾ ਤਰੱਕੀ ਦੇ ਕਾਰਨ ਹੀ ਪਿੰਡਾਂ ਦੇ ਲੋਕ ਸ਼ਹਿਰਾਂ ਵਿੱਚ ਆ ਕੇ ਫਸ ਗਏ ਹਨ, ਜਿਸ ਕਾਰਨ ਭਾਵੇਂ ਕੁਝ ਮੁਸ਼ਕਲਾਂ ਆ ਰਹੀਆਂ ਨੇ, ਕੁਝ ਪਰੇਸ਼ਾਨੀਆਂ ਹੋ ਰਹੀਆਂ ਹਨ, ਗੰਦਗੀ ਵੱਧ ਰਹੀ ਹੈ, ਪਰ ਫਿਰ ਵੀ ਇਸ ਤਰ੍ਹਾਂ ਅਸੀਂ ਸਾਰੇ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਹਾਂ, ਜਿਸ ਨਾਲ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਪੈਦਾ ਹੁੰਦੀ ਹੈ, ਸਾਂਝ ਕਾਇਮ ਹੁੰਦੀ ਹੈ ਇੱਕ ਦੂਸਰੇ ਦੇ ਨਾਲ। ਸਰਕਾਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੋਕਾਂ ਦੀ ਬਦਲੀ ਕਰਦੀ ਹੈ। ਵੱਖੋ ਵੱਖਰੀ ਸਰਕਾਰੀ ਨੌਕਰੀਆਂ ਵਿੱਚ ਲੱਗੇ ਲੋਕਾਂ ਦੀਆਂ ਬਦਲੀਆਂ ਕਰਦੀ ਹੈ, ਤਾਂ ਵੀ ਆਪਸੀ ਭਾਈਚਾਰੇ ਨੂੰ ਵਧਾਉਣ ਵਿੱਚ ਇੱਕ ਮਜ਼ਬੂਤ ਕੜੀ ਦਾ ਕੰਮ ਕਰਦੀ ਹੈ, ਆਪਣਾ ਯੋਗਦਾਨ ਦਿੰਦੀ ਹੈ। ਸਰਕਾਰ ਦੇ ਇਸੇ ਯੋਗਦਾਨ ਦੁਆਰਾ ਹੀ ਸਰਕਾਰ ਦੇ ਦੇਸ਼ ਦੇ ਬਹੁਤ ਸਾਰੇ ਲੋਕ ਆਪਸ ਵਿੱਚ ਜੁੜੇ ਹੋਏ ਹਨ ਅਤੇ ਇੱਕ ਦੂਸਰੇ ਦੇ ਨਾਲ ਸਾਂਝ ਕਾਇਮ ਕਰ ਰਹੇ ਹਨ ਅਤੇ ਦੇਸ਼ ਵਿੱਚ ਅਨੇਕਤਾ ਵਿੱਚ ਏਕਤਾ ਨੂੰ ਦਰਸਾ ਰਹੇ ਹਨ। ਬੱਚਿਓ, ਤੁਸੀਂ ਇਸ ਪੂਰੇ ਪਾਠ ਨੂੰ ਸੁਣਿਆ, ਸਮਝਿਆ ਅਤੇ ਜਾਣਿਆ। ਹੁਣ ਤੁਸੀਂ ਆਪਣੇ ਭਾਰਤ ਬਾਰੇ ਕਾਫੀ ਕੁਝ ਜਾਣ ਚੁੱਕੇ ਹੋਗੇ, ਵਿਸਤਾਰ ਨਾਲ ਭਾਰਤ ਬਾਰੇ ਜਾਣ ਚੁੱਕੇ ਹੋਗੇ ਅਤੇ ਤੁਹਾਨੂੰ ਹੁਣ ਸਮਝ ਆ ਗਿਆ ਹੋਵੇਗਾ ਕਿ ਵੀ ਹੁਣ ਸਾਡਾ ਭਾਰਤ ਕੀ ਹੈ ਅਤੇ ਇਸ ਵਿੱਚ ਕੀ ਕੁਝ ਹੈ, ਇਸ ਵਿੱਚ ਕਿਹੋ ਜਿਹੇ ਲੋਕ ਰਹਿੰਦੇ ਹਨ, ਕਿਹੋ ਜਿਹੇ ਲੋਕ ਵਸਦੇ ਹਨ, ਕਿਹੋ ਜਿਹੇ ਉਹਨਾਂ ਦੇ ਖਾਣ ਪੀਣ ਹੈ, ਕਿਹੋ ਜਿਹਾ ਉਹਨਾਂ ਦਾ ਪਹਿਰਾਵਾ ਹੈ, ਕਿਸ ਤਰ੍ਹਾਂ ਦਾ ਸਾਡੇ ਦੇਸ਼ ਦਾ ਜਲਵਾਯੂ ਹੈ, ਕਿਸ ਤਰ੍ਹਾਂ ਦੀਆਂ ਸਾਡੇ ਦੇਸ਼ ਵਿੱਚ ਭਿੰਨਤਾਵਾਂ ਮਿਲਦੀਆਂ ਹਨ। ਇਹਨਾਂ ਸਾਰੇ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਤੁਸੀਂ ਆਪਣੇ ਭਾਰਤ ਬਾਰੇ ਜਾਣ ਚੁੱਕੇ ਹੋ।
ਅੱਜ ਅਸੀਂ ਆਪਣਾ ਇਹ ਪਾਠ ਇੱਥੇ ਹੀ ਸਮਾਪਤ ਕਰਦੇ ਹਾਂ ਅਤੇ ਮੈਨੂੰ ਆਸ਼ਾ ਹੈ ਤੁਸੀਂ ਇਸ ਲੈਸਨ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ। ਧੰਨਵਾਦ।